ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਢਾਲੈ। ਇਹ ਪਾਵਨ ਸ਼ਬਦ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੇ ਰਾਮਕਲੀ ਰਾਗ ਜੋਗੀਆਂ ਦਾ ਖੇੜਿਆਂ ਵਾਲਾ ਰਾਗ ਹੈ। ਜਦੋਂ ਜੋਗੀ ਆਨੰਦ ਦੇ ਵਿੱਚ ਹੁੰਦੇ ਹਨ, ਖੇੜੇ ਦੇ ਵਿੱਚ ਹੁੰਦੇ ਹਨ, ਤੇ ਉਹ ਆਪਣੀ ਰਚਨਾ, ਆਪਣਾ ਸਾਹਿਤ ਇਸ ਰਾਗ ਦੇ ਵਿੱਚ ਉਚਾਰਨ ਕਰਕੇ ਰੱਬ ਦੇ ਗੀਤ ਗਾਉਂਦੇ ਨੇ ਤੇ ਆਨੰਦ ਮਾਣਦੇ ਹਨ। ਤੇ ਇਸੇ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਹਰ ਕਾਰਜ ਤੋਂ ਬਾਅਦ ਜਦੋਂ ਸਮਾਪਤੀ ਕਰਨੀ ਹੁੰਦੀ ਹੈ, ਉਸ ਵੇਲੇ ਆਨੰਦ ਸਾਹਿਬ ਦਾ ਉਚਾਰਨ, ਆਨੰਦ ਸਾਹਿਬ ਦਾ ਗਾਇਨ ਇਸੇ ਰਾਗ ਦੇ ਵਿੱਚ ਜਿਹੜਾ ਕੀਤਾ ਹੈ। ਆਨੰਦ ਸਾਹਿਬ ਬਾਣੀ ਜਿਹੜੀ ਹੈ ਉਹ ਰਾਮਕਲੀ ਰਾਗ ਦੇ ਵਿੱਚ ਹੈ। ਸੋ ਇਹ ਜਿਹੜਾ ਸ਼ਬਦ ਹੈ ਰਾਮਕਲੀ ਰਾਗ ਦੇ ਵਿੱਚੋਂ ਲਿਆ ਗਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਤੇ ਇਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਜਿਹਾ ਮਸਲਾ ਲੋਕਾਂ ਦੇ ਸਾਹਮਣੇ ਰੱਖਿਆ ਹੈ, ਔਰ ਉਹ ਇੱਕ ਐਸਾ ਮਸਲਾ ਹੈ ਜਿਸ ਨਾਲ ਸਾਡੇ ਪਰਿਵਾਰ ਅਤੇ ਸਾਡੇ ਸਮਾਜ ਤੇ ਦੇਸ਼, ਇੱਥੇ ਤੱਕ ਕਿ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਹੈ ਉਹ ਮਸਲਾ ਚਲਾ ਜਾਂਦਾ ਹੈ। ਔਰ ਉਹਨਾਂ ਦਾ ਮੂਲ ਆਧਾਰ ਇਸ ਪੰਕਤੀ ਵਿੱਚ ਦਿੱਤਾ ਹੋਇਆ ਹੈ ਕਿ ਜਿਹੜੇ ਉਹ ਵਿਕਾਰ ਨੇ, ਕਾਮ ਕ੍ਰੋਧ, ਉਹਨਾਂ ਦੀ ਗੱਲ ਇਸ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਢਾਲੈ। ਤੇ ਕੰਚਨ ਕਹਿੰਦੇ ਨੇ ਸੋਨੇ ਨੂੰ, ਤੇ ਸੁਹਾਗਾ ਉਹ ਤਰਲ ਪਦਾਰਥ ਹੈ ਜਿਹੜਾ ਕਿ ਸੋਨੇ ਨੂੰ ਪਿਘਲਾਉਂਦਾ ਹੈ, ਕਮਜ਼ੋਰ ਕਰਦਾ ਹੈ। ਸੁਹਾਗਾ ਇੱਕ ਕੈਮੀਕਲ ਹੈ ਔਰ ਸੋਨਾ ਜਿਹੜਾ ਹੈ ਉਹ ਸਖਤ ਧਾਤ ਹੈ। ਉਸ ਸਖਤ ਧਾਤ ਨੂੰ ਪਿਘਲਾਉਣ ਵਾਸਤੇ ਇਸ ਸੁਹਾਗੇ ਦਾ ਜਿਹੜਾ ਹੈ ਪ੍ਰਯੋਗ ਕੀਤਾ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਕਾਮ ਕ੍ਰੋਧ ਜਿਹੜਾ ਹੈ ਉਹ ਸਰੀਰ ਨੂੰ ਜਿਹੜਾ ਹੈ ਨਿਰਵਲ ਕਰਦਾ ਹੈ, ਕਮਜ਼ੋਰ ਕਰਦਾ ਹੈ, ਜਿਸ ਤਰ੍ਹਾਂ ਕਿ ਸੁਹਾਗਾ ਜਿਹੜਾ ਹੈ ਸੋਨੇ ਨੂੰ ਕਮਜ਼ੋਰ ਕਰਦਾ ਹੈ, ਪਿਘਲਾਉਂਦਾ ਹੈ। ਤੇ ਭਾਰਤ ਦੀ ਪੁਰਾਤਨ ਪਰੰਪਰਾ ਜੇ ਦੇਖੀ ਜਾਵੇ ਤੇ ਉਸ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਜਿਹੜਾ ਹੈ ਉਹ ਬਹੁਤ ਨਿੰਦਿਆ ਗਿਆ ਹੈ। ਅਸੀਂ ਸਾਰੇ ਹੀ ਨਿੰਦਦੇ ਹਨ, ਭਾਵੇਂ ਉਹ ਧਾਰਮਿਕ ਪਰੰਪਰਾ ਹੋਵੇ, ਸਮਾਜਿਕ ਪਰੰਪਰਾ ਹੋਵੇ, ਅਤੇ ਭਾਵੇਂ ਸਮਾਜ ਦਾ ਕੋਈ ਮਨੁੱਖ ਹੋਵੇ ਜਾਂ ਅਸੀਂ ਆਪ ਪਰਿਵਾਰਕ ਜੀਵ, ਸਾਰੇ ਹੀ ਇਹਨਾਂ ਵਿਕਾਰਾਂ ਨੂੰ ਨਿੰਦਦੇ ਹਾਂ। ਤੇ ਭਾਵੇਂ ਪੰਜੇ ਇਹ ਵਿਕਾਰ ਨੇ, ਇਸ ਤੋਂ ਇਲਾਵਾ ਤਿੰਨ ਹੋਰ ਨੇ। ਕਾਮ ਕ੍ਰੋਧ ਦੀ ਗੱਲ ਤੇ ਇਸ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀਤੀ। ਇਸ ਤੋਂ ਇਲਾਵਾ ਲੋਭ ਮੋਹ ਅਹੰਕਾਰ, ਇਹ ਵੀ ਜਿਹੜੇ ਵਿਕਾਰ ਨੇ ਗੁਰਬਾਣੀ ਵਿੱਚ ਦੱਸੇ ਨੇ, ਇਹਨਾਂ ਦਾ ਜ਼ਿਕਰ ਵੀ ਗੁਰੂ ਪਾਤਸ਼ਾਹ ਜੀ ਨੇ ਕੀਤਾ ਹੈ। ਪਰ ਲੋਭ ਮੋਹ ਅਹੰਕਾਰ ਜਿਹੜੇ ਨੇ, ਇਹਨਾਂ ਦਾ ਜਿਹੜਾ ਸਲੋ ਐਕਸ਼ਨ ਹੈ, ਤੇ ਕਾਮ ਤੇ ਕ੍ਰੋਧ ਜਿਹੜਾ ਹੈ ਇਹ ਬੜੀ ਤੇਜ਼ ਪ੍ਰਵਿਰਤੀ ਦੇ ਨਾਲ ਪ੍ਰਭਾਵਿਤ ਕਰਦੇ ਨੇ ਮਨੁੱਖ ਨੂੰ। ਤੇ ਸਿੱਖ ਨੈਤਿਕਤਾ ਵਿੱਚ ਜਿੱਥੇ ਸਦਗੁਣਾਂ ਦੀ ਗੱਲ ਕੀਤੀ ਹੈ, ਸਦਗੁਣਾਂ ਨੂੰ ਧਾਰਨ ਕਰਨ ਦੀ ਗੱਲ ਕੀਤੀ ਹੈ, ਉੱਥੇ ਔਗੁਣਾਂ ਨੂੰ ਤਿਆਗਣ ਦੀ ਗੱਲ ਜਿਹੜੀ ਹੈ ਗੁਰਮਤਿ ਨੇ ਕੀਤੀ ਹੈ।
ਤੇ ਧਰਮ ਦੇ ਵਿੱਚ ਇਸ ਨੂੰ ਟੈਬੂ ਕਿਹਾ ਗਿਆ ਹੈ ਅਤੇ ਮਨਈਆ ਵੀ ਜਿਹੜਾ ਹੈ ਉਹ ਕਿਹਾ ਗਿਆ ਹੈ। ਗੁਰਬਾਣੀ ਨੇ ਇਹਨਾਂ ਨੂੰ ਪੰਜ ਚੋਰ ਵੀ ਕਿਹਾ ਹੈ ਅਤੇ ਇਹ ਜਿਹੜੇ ਹਨ ਇਨਸਾਨ ਨੂੰ ਜਿਹੜੇ ਹਨ ਪ੍ਰਭਾਵਿਤ ਕਰਦੇ ਹਨ। ਤੇ ਪੁਰਾਤਨ ਭਾਰਤੀ ਪਰੰਪਰਾ ਦੇ ਵਿੱਚ ਇਹ ਜਿਹੜੇ ਹਨ ਬਹੁਤ ਹੀ ਨਿੰਦਾਯੋਗ ਰਹੇ ਹਨ। ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਬਾਰ-ਬਾਰ ਇਹ ਦੱਸਿਆ ਹੈ ਕਿ ਪੰਜ ਵਿਕਾਰਾਂ ਨੂੰ ਕੰਟਰੋਲ ਕਰਨਾ ਹੈ, ਇਹਨਾਂ ਨੂੰ ਡਿਸਿਪਲਿਨ ਦੇ ਵਿੱਚ ਕਰਨਾ ਹੈ, ਕਿਉਂਕਿ ਜਿਹੜੀ ਇਹ ਰੱਬ ਵੱਲੋਂ ਪਾਈ ਹੋਈ ਚੀਜ਼ ਹੈ, ਰੱਬ ਵੱਲੋਂ ਪਾਇਆ ਹੋਇਆ ਜਜ਼ਬਾ ਹੈ, ਇਸ ਨੂੰ ਜਿਹੜਾ ਹੈ ਅਸੀਂ ਖਤਮ ਨਹੀਂ ਕਰ ਸਕਦੇ, ਇਸ ਨੂੰ ਡਿਸਿਪਲਿਨ ਦੇ ਵਿੱਚ ਕਰ ਸਕਦੇ ਹਾਂ। ਤੇ ਜਿਹੜਾ ਮਨੁੱਖ ਇਸ ਨੂੰ ਡਿਸਿਪਲਿਨ ਦੇ ਵਿੱਚ ਕਰ ਲੈਂਦਾ ਹੈ ਔਰ ਮਨੁੱਖਾਂ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਇਹਨਾਂ ਵਿਕਾਰਾਂ ਨੂੰ ਆਪਣੇ ਵਿੱਚ ਜਿਹੜਾ ਹੈ ਪ੍ਰਤੱਖ ਨਹੀਂ ਹੋਣ ਦਿੰਦਾ ਜਾਂ ਲੋਕਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਣ ਦਿੰਦਾ, ਉਸ ਨੂੰ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਸੂਰਬੀਰ ਆਖਿਆ ਹੈ। ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਜਿਨ ਮਿਲ ਮਾਰੇ ਪੰਚ ਵੀਰ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ, ਕਿ ਜਿਸ ਨੇ ਇਹਨਾਂ ਪੰਜਾਂ ਨੂੰ ਕੰਟਰੋਲ ਕਰ ਲਿਆ, ਡਿਸਿਪਲਿਨ ਵਿੱਚ ਕਰ ਲਿਆ, ਉਸ ਤੋਂ ਵੱਡਾ ਕੋਈ ਸੂਰਬੀਰ ਨਹੀਂ ਹੋ ਸਕਦਾ। ਇਹ ਬੜਾ ਸਮਝਣ ਵਾਲਾ ਵਿਸ਼ਾ ਹੈ। ਅਸੀਂ ਸਾਰੇ ਹੀ ਅਨੁਭਵ ਕਰਦੇ ਹਾਂ ਅਤੇ ਸਾਰੇ ਹੀ ਕਿਸੇ ਨਾ ਕਿਸੇ ਵੇਲੇ ਇਹਨਾਂ ਦੇ ਵਿੱਚ ਜਕੜੇ ਜਾਂਦੇ ਹਾਂ ਔਰ ਇਹਨਾਂ ਦੀ ਜਕੜਨ ਕਰਕੇ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ। ਤੇ ਇਸੇ ਕਾਰਨ ਕਰਕੇ ਭਾਰਤੀ ਪਰੰਪਰਾ ਦੇ ਵਿੱਚ ਇਸਤਰੀ ਨੂੰ ਜਿਹੜਾ ਹੈ ਉਹ ਮਾੜਾ ਸਮਝਿਆ ਗਿਆ, ਕਿਉਂਕਿ ਇਸਤਰੀ ਨੂੰ ਗੁਰਬਾਣੀ ਦੇ ਵਿੱਚ ਵੀ ਇਹ ਦੱਸਿਆ ਹੈ ਕਿ ਕਾਮਣ ਜਿਹੜਾ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਇਸਤਰੀ ਵਾਸਤੇ ਉਚਾਰਨ ਕੀਤਾ ਹੋਇਆ ਹੈ। ਤੇ ਲੋਕ ਵਿਸ਼ਵਾਸ ਬਣ ਚੁੱਕਾ ਸੀ ਕਿ ਜਿੱਥੇ ਇਹ ਹੋਣ ਉੱਥੇ ਚੰਚਲਤਾਈ ਹੁੰਦੀ ਹੈ। ਤੇ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਵੀ ਸੰਗੀਤ ਨੂੰ ਵੀ ਜਿਹੜਾ ਹੈ ਉਹ ਚੰਚਲ ਮੰਨਿਆ ਗਿਆ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਸੰਸਾਰ ਦੀ ਯਾਤਰਾ ਵਾਸਤੇ ਨਿਕਲਦੇ ਹਨ ਤੇ ਸਮੇਂ ਦੀ ਜਿਹੜੀ ਬਾਦਸ਼ਾਹੀ ਹੈ ਉਸਨੇ ਇਤਰਾਜ਼ ਕੀਤਾ, ਕਿਉਂਕਿ ਮੁਗਲ ਹਕੂਮਤ ਦੇ ਸਮੇਂ ਸੰਗੀਤ ਨੂੰ ਜਿਹੜਾ ਹੈ ਉਹ ਮਾੜਾ ਸਮਝਿਆ ਗਿਆ ਤੇ ਚੰਚਲ ਸਮਝਿਆ ਜਾਂਦਾ ਸੀ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ, ਕੋਈ ਵੀ ਚੀਜ਼, ਕੋਈ ਵੀ ਸ਼ਬਦ, ਕੋਈ ਵੀ ਸੰਗੀਤ ਜਾਂ ਕੋਈ ਵੀ ਧਾਤ ਉਹ ਚੰਚਲ ਨਹੀਂ ਹੁੰਦੀ ਹੈ। ਚੰਚਲ ਜਿਹੜਾ ਹੈ ਮਨੁੱਖ ਦਾ ਮਨ ਹੁੰਦਾ ਹੈ, ਮਨੁੱਖ ਦੀ ਜਿਹੜੀ ਮਤ ਹੁੰਦੀ ਹੈ। ਸੋ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜਾ ਲੋਕਾਂ ਦਾ ਭਰਮ ਸੀ ਕਿ ਸੰਗੀਤ ਜਿਹੜਾ ਚੰਚਲ ਹੁੰਦਾ ਹੈ, ਲੋਕਾਂ ਨੂੰ ਦੱਸਿਆ ਕਿ ਜਿੱਥੇ ਤੁਸੀਂ ਇਸ ਨੂੰ ਚੰਚਲ ਕਹਿੰਦੇ ਹੋ, ਇਸ ਦੇ ਵਿੱਚ ਪਾ ਕਰਕੇ ਜੇ ਰੱਬ ਦਾ ਸ਼ਬਦ ਗਾਇਨ ਕਰਦੇ ਹੋ ਤੇ ਤੁਹਾਡੀ ਜਿਹੜੀ ਸੁਰਤ ਹੈ ਉਹ ਰੱਬ ਨਾਲ ਜੁੜ ਸਕਦੀ ਹੈ। ਤੇ ਸੰਗੀਤ ਨੂੰ ਗੁਰੂ ਪਾਤਸ਼ਾਹ ਜੀ ਨੇ ਰੱਬ ਨਾਲ ਮਿਲਣ ਦਾ ਜਿਹੜਾ ਹੈ ਉਹ ਮਾਧਿਅਮ ਦੱਸਿਆ, ਸਾਧਨ ਦੱਸਿਆ ਕਿ ਇਹ ਸੰਗੀਤ ਚੰਚਲ ਨਹੀਂ, ਸਾਡੀ ਆਪਣੀ ਜਿਹੜੀ ਸੋਚ ਹੈ, ਆਪਣੀ ਜਿਹੜੀ ਮਤ ਹੈ ਉਹ ਚੰਚਲ ਹੈ। ਸੋ ਇਹ ਭਰਮ ਵੀ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਲੋਕਾਂ ਦਾ ਤੋੜਿਆ। ਦੂਸਰਾ ਭਰਮ ਜਿਹੜਾ ਸੀ ਇਹ ਵੀ ਸੀ ਕਿ ਲੋਕਾਂ ਦੇ ਵਿੱਚ ਜਾਤ ਪਾਤ ਦਾ ਜਿਹੜਾ ਵਿਤਕਰਾ ਵੀ ਜਿਹੜਾ ਸੀ ਇਹ ਵੀ ਇੱਕ ਭਰਮ ਸੀ, ਕਿਉਂਕਿ ਭਾਈ ਮਰਦਾਨਾ ਜੀ ਜਾਤ ਵੱਲੋਂ ਮਿਰਾਸੀ ਸਨ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਾਂਦੇ ਹਨ ਤੇ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰਦੇ ਹਨ ਕਿ ਇਹ ਨੀਵੀਂ ਜਾਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਸਾਰ ਯਾਤਰਾ ਤੇ ਜਾ ਰਿਹਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਮਝਾਇਆ, ਜਾਤ ਸਾਪਤ ਹੈ ਜਿਹੇ ਕਰਮ ਕਮਾਏ, ਕਿ ਜਿਸ ਤਰ੍ਹਾਂ ਦਾ ਇਨਸਾਨ ਕਰਮ ਕਰਦਾ ਹੈ ਉਹੀ
ਇਨਸਾਨ ਦੀ ਜਾਤ ਹੁੰਦੀ ਏ। ਤੇ ਨਾਲ ਹੀ ਕਿਹਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਤੇ ਇਹ ਸ਼ਬਦ ਇਸ ਲਈ ਉਚਾਰਨ ਕੀਤੇ ਕਿ ਸਮਾਜ ਵਿੱਚ ਇੱਕ ਮਿੱਥ ਬਣ ਚੁੱਕੀ ਸੀ। ਇਸ ਮਿੱਥ ਨੂੰ ਤੋੜਨ ਵਾਸਤੇ ਬਹੁਤ ਬੜੇ ਗਿਆਨ ਖੜਕ ਦੀ ਲੋੜ ਹੁੰਦੀ ਹੈ ਤੇ ਜਿਹਦੇ ਬਾਰੇ ਜੀ ਕੇ ਦੱਸਿਆ ਜਾਂਦਾ ਹੈ। ਕਿਉਂਕਿ ਤੁਸੀਂ ਇੱਕ ਗੱਲ ਜਿਹੜੀ ਮਿੱਥ ਲਈ ਹੋਵੇ, ਜਿਹੜਾ ਭਰਮ ਆਪਣੇ ਵਿੱਚ ਪਾ ਲਿਆ ਹੋਵੇ, ਉਸ ਨੂੰ ਜਿਹੜਾ ਹੈ ਤੋੜਨਾ ਬਹੁਤ ਜਿਹੜੀ ਮਹਾਨ ਗੱਲ ਹੁੰਦੀ ਹੈ। ਕਿਉਂਕਿ ਸਾਡੀਆਂ ਜਿੰਨੀਆਂ ਵੀ ਪੁਰਾਤਨ ਕਥਾਵਾਂ ਨੇ ਰਿਸ਼ੀਆਂ ਮੁਨੀਆਂ ਦੀ, ਤੇ ਉਹਨਾਂ ਦੇ ਨਾਲ ਇਹ ਜੋੜਿਆ ਜਾਂਦਾ ਹੈ ਕਿ ਇਹਦੇ ਵਿੱਚ ਇਹ ਵਿਕਾਰ ਨਾ ਹੁੰਦਾ, ਇਹਦੇ ਵਿੱਚ ਕਾਮ ਨਾ ਹੁੰਦਾ, ਇਹਦੇ ਵਿੱਚ ਕ੍ਰੋਧ ਨਾ ਹੁੰਦਾ, ਤੇ ਸ਼ਾਇਦ ਇਹ ਜਿਹੜੀ ਘਟਨਾ ਹੈ ਉਹ ਨਾ ਵਾਪਰਦੀ, ਇਹ ਘਟਨਾ ਜਿਹੜੀ ਹੈ ਉਹ ਨਹੀਂ ਵਾਪਰਦੀ। ਇਸ ਲਈ ਸਮਾਜ ਨੇ ਇਹ ਗੱਲ ਜਿਹੜੀ ਹੈ ਉਹ ਮੰਨ ਲਈ, ਸਮਾਜ ਨੇ ਇਹ ਮੰਨ ਲਿਆ ਕਿ ਜਿਹੜੇ ਕਾਮ ਕ੍ਰੋਧ ਨੇ ਇਹ ਜਿਹੜੇ ਬਹੁਤ ਬੁਰਾਈ ਵਾਲੇ ਸਾਧਨ ਨੇ, ਬੁਰਾਈ ਵਾਲਾ ਜਿਹੜਾ ਜਜ਼ਬਾ ਹੈ। ਤੇ ਲੋਕਾਂ ਨੇ ਜਿੱਥੇ ਇਸ ਨੂੰ ਬੁਰਾ ਆਖਿਆ, ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੀ ਚੀਜ਼ ਉਸ ਪਰਮਾਤਮਾ ਵੱਲੋਂ ਇਨਸਾਨ ਦੇ ਸਰੀਰ ਦੇ ਵਿੱਚ ਪਾਈ ਗਈ ਹੋਵੇ ਉਹ ਬੁਰੀ ਨਹੀਂ ਹੋ ਸਕਦੀ। ਬੁਰੀ ਸਾਡੀ ਜਿਹੜੀ ਹੈ ਉਹ ਸੋਚ ਹੁੰਦੀ ਹੈ, ਔਰ ਸਾਡਾ ਜਿਹੜਾ ਉਸ ਨੂੰ ਵਰਤਣ ਦਾ ਤਰੀਕਾ ਹੋ ਸਕਦਾ ਹੈ। ਤੇ ਸਾਡੀ ਜਿਹੜੀ ਦੁਰਵਰਤੋਂ ਤੇ ਸਦਵਰਤੋਂ ਜਿਹੜੀ ਹੈ ਉਸ ਦੇ ਉੱਤੇ ਸਾਡੀ ਜਿਹੜੀ ਸੋਚ ਖੜੀ ਹੁੰਦੀ ਹੈ ਕਿ ਜਿਹੜੇ ਜਜ਼ਬੇ ਗੁਰੂ ਸਾਹਿਬ ਦੱਸਦੇ ਹਨ ਕਿ ਰੱਬ ਨੇ ਇਨਸਾਨ ਦੇ ਵਿੱਚ ਪਾਏ ਹਨ, ਜੇਕਰ ਉਹਨਾਂ ਦੀ ਸਦਵਰਤੋਂ ਕੀਤੀ ਜਾਵੇ ਤੇ ਉਹ ਬੁਰੇ ਨਹੀਂ, ਤੇ ਜੇਕਰ ਦੁਰਵਰਤੋਂ ਕੀਤੀ ਜਾਵੇ ਤਾਂ ਫਿਰ ਉਹ ਜਿਹੜੇ ਹਨ ਉਹ ਬੁਰੇ ਹਨ। ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਇਹ ਵੀ ਦੱਸਿਆ ਕਿ ਰੱਬ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਲੋਕ ਬਹੁਤ ਸਾਰੇ ਗੰਦੇ ਮੰਦੇ ਤਰੀਕੇ ਵੀ ਜਿਹੜੇ ਹਨ ਉਹ ਅਪਣਾਉਂਦੇ ਰਹੇ। ਰੱਬ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ, ਲੋਕ ਇਸ ਤਰ੍ਹਾਂ ਦੇ ਵੀ ਸਨ ਜਿਹੜੇ ਗੰਦਗੀ ਵਿੱਚ ਰਹਿਣਾ ਪਸੰਦ ਕਰਦੇ ਸਨ, ਜਾਂ ਨੰਗੇ ਪੈਰੇ ਤੁਰਦੇ ਰਹਿਣਾ, ਜਾਂ ਮਸਾਣਾਂ ਵਿੱਚ ਰਹਿਣਾ, ਮੱਠਾਂ ਆਦਾਂ ਵਿੱਚ ਰਾਤਾਂ ਗੁਜ਼ਾਰਨੀ। ਇਹ ਰੱਬ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ ਉਹਨਾਂ ਲੋਕਾਂ ਦੇ ਵਿੱਚ ਸਮਝਿਆ ਜਾਂਦਾ ਸੀ। ਜਾਂ ਜਿਹੜੇ ਚੁੱਪ ਧਾਰਨ ਕਰ ਲੈਂਦੇ ਸਨ ਉਹ ਇਹ ਸਮਝਦੇ ਸਨ ਕਿ ਚੁੱਪ ਧਾਰਨ ਕਰਨ ਦੇ ਨਾਲ, ਚੁੱਪ ਰਹਿਣ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ ਜਿਹੜਾ ਹੈ ਉਹ ਰੱਬ ਮਿਲ ਸਕਦਾ ਹੈ। ਤੇ ਜਾਂ ਜਿਹੜੇ ਬਿੰਦ ਸਾਧਦੇ ਸਨ, ਭਾਵ ਕਿ ਜਿਹੜੇ ਗ੍ਰਸਤ ਦਾ ਤਿਆਗ ਕਰ ਦਿੰਦੇ ਸਨ, ਉਹ ਇਹ ਸਮਝਦੇ ਸਨ ਗ੍ਰਸਤ ਦਾ ਤਿਆਗ ਕਰਨ ਦੇ ਨਾਲ, ਬਿੰਦ ਨੂੰ ਰੋਕਣ ਦੇ ਨਾਲ, ਕਾਮ ਵਾਸਨਾ ਨੂੰ ਰੋਕਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਜਿਹੜੇ ਕਿ ਬਿੰਦ ਸਾਧਦੇ ਨੇ, ਕਾਮ ਵਾਸਨਾ ਨੂੰ ਰੋਕ ਲੈਂਦੇ ਹਨ, ਕੀ ਇਹ ਰੱਬ ਨੂੰ ਪਾਉਣ ਦੇ ਦਾਅਵੇਦਾਰ ਨੇ, ਜਾਂ ਇਹ ਰੱਬ ਨੂੰ ਪ੍ਰਾਪਤ ਕਰ ਸਕਦੇ ਹਨ? ਜਿਨ੍ਹਾਂ ਨੂੰ ਅਸੀਂ ਪੰਜ ਵਿਕਾਰ ਕਹਿੰਦੇ ਹਾਂ, ਉਹਨਾਂ ਦੇ ਜਿਹੜੇ ਰੱਬ ਨੂੰ ਪਾਉਣ ਦੇ ਸਾਧਨ ਹਨ, ਉਹ ਜਿਹੜੇ ਹਨ ਉਹ ਇਹ ਸਮਝਦੇ ਸਨ ਕਿ ਉਹਨਾਂ ਦੇ ਵਿੱਚ ਪੰਜ ਵਿਕਾਰ ਜਿਹੜੇ ਹਨ ਉਹ ਰੁਕਾਵਟ ਹਨ। ਤੇ ਹਿੰਦੁਸਤਾਨ ਦੀ ਧਰਤੀ ਦੇ ਇੱਕ ਅਜਿਹਾ ਮਤ ਵੀ ਪ੍ਰਚਲਿਤ ਰਿਹਾ ਹੈ ਜਿਸ ਦਾ ਨਾਮ ਹੈ ਵਾਮ ਮਾਰਗੀ। ਵਾਮ ਮਾਰਗੀਆਂ ਦਾ ਮਾਰਗ ਵੀ ਜਿਹੜਾ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਰਿਹਾ ਹੈ, ਜਿਹੜੇ ਇਹ ਸਮਝਦੇ ਸਨ ਕਿ ਪੰਜ ਵਿਕਾਰ ਜਿਹੜੇ ਹਨ ਉਹਨਾਂ ਦੇ ਧਰਮ ਦੇ ਸਾਧਨ ਹਨ। ਹੁਣ ਇੱਕ ਪਾਸੇ ਤਾਂ ਇਹ ਪੰਜ ਵਿਕਾਰ ਧਰਮ ਦੇ ਵਿੱਚ ਰੁਕਾਵਟ ਨੇ, ਰੱਬ ਦੀ ਪ੍ਰਾਪਤੀ ਵਾਸਤੇ ਇਹ ਰੁਕਾਵਟ ਸਮਝੇ ਜਾਂਦੇ ਸਨ। ਦੂਜੇ ਪਾਸੇ ਵਾਮ ਮਾਰਗੀਆਂ ਦੇ ਵਿੱਚ ਇਹਨਾਂ ਨੂੰ ਧਰਮ ਦਾ ਸਾਧਨ ਸਮਝਿਆ ਜਾਂਦਾ ਸੀ। ਇਹ ਪੰਜ ਵਿਕਾਰ ਧਰਮ ਦੇ ਉਹਨਾਂ ਦੇ ਆਧਾਰ ਸਨ।
ਜਿਵੇਂ ਭੋਗ ਵਿਲਾਸ ਕਰਨਾ, ਮਾਸ ਆਦਿਕ ਦਾ ਪ੍ਰਯੋਗ ਕਰਨਾ ਅਤੇ ਜਿੰਨੇ ਵੀ ਬਾਕੀ ਧਰਮਾਂ ਦੇ ਵਿੱਚ ਮੰਦ ਕਰਮ ਸਮਝੇ ਜਾਂਦੇ ਸਨ, ਵਾਮ ਮਾਰਗੀਆਂ ਦੇ ਇਹੀ ਧਰਮ ਦੇ ਆਧਾਰ ਸਨ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਰੱਬ ਜਿਹੜਾ ਹੈ ਨਹੀਂ ਮਿਲਦਾ, ਪੰਜ ਵਿਕਾਰ ਨਾ ਤੇ ਇਹ ਰੱਬ ਦੇ ਮਾਰਗ ਦੇ ਵਿੱਚ ਰੁਕਾਵਟ ਹਨ ਤੇ ਨਾ ਹੀ ਇਹਨਾਂ ਨੂੰ ਜਿਹੜਾ ਹੈ ਅਪਣਾਉਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ। ਦਸਮ ਪਾਤਸ਼ਾਹ ਜੀ ਦਾ ਸਵਈਆ ਹੈ, ਕੂਖ ਮਲਹਾਰੇ ਗਜ ਗਦਹਾ ਵਿਭੂਤ ਧਾਰੇ, ਗਿਦੂਆ ਮਸਾਣ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮਟ ਬਾਸੀ ਲਗੇ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੌਨ ਸਾਦੇ ਹੀ ਮਰਤ ਹੈ। ਬਿੰਦ ਕੇ ਸदैया ਤਾਹੇ ਹੀਜ ਕੀ ਬਡਈਆ ਦੇਤ, बंदरा सदीव पाए नांगे ही फिरत है, अंगना अधीन काम क्रोध में प्रवीण, एक ज्ञान के विहीन छीन कैसे कै तरत है। कि कूख मलहारी गज गदहा विभूतधारी, कूख कहते हैं सूर नूं। सूर हमेशा ही गंदगी खांदा है, गंदगी खाना जिहड़ा है वो पसंद करता है, जेगत और हमेशा गंदगी विच रहना पसंद करता, चिक्कड़ विच रहना जिहड़ा वो सूर नूं पसंद है। जेकर गंदगी विच रहना, गंदगी खाना, इन्हां विच खचित रहन दे नाल जे रब मिलदा होवे ते सब तो पहला जिहड़ा है वो सूर नूं जिहड़ा है वो रब मिल जावे, क्योंकि सूर ते हमेशा जिहड़ा है वो रहिंदा ही चिक्कड़ दे विच है। जेकर तुसीं कहंदे हो मलीन रहन नाल रब मिलदा है, रब उसनूं मिल सकता है, मनुख नूं नहीं मिल सकता, क्योंकि मनुख नालों ते सूर जिहड़ा है वो ज़्यादा गंदा रहिंदा है। ते जिहड़ा हमेशा चिक्कड़ विच रहना पसंद करता है। जेकर तुसीं समझदे हो कि मसाणा विच रहना, रातां गुजारना, रातां कटणियां और इस तरह करन दे नाल जे रब मिलदा होवे, ते गिद्दड़ ते हमेशा जिहड़े हन वो इहो जी थावां दे उत्ते विचरदे रहिंदे हन, ते इस तरह करन दे नाल जे रब मिलदा होवे ते गिद्दड़ नूं जिहड़ा है वो सब तो पहला मिले। ते घूख जिहड़ा है वो उल्लू नूं किया गया है, ते मट्ठां दे विच रातां गुजारन दे नाल, मट्ठां दे विच रहण दे नाल जे रब मिलदा होवे ते जिहड़ा घुग्गू जिहड़ा है सब तो पहला जिहड़ा है वो उसनूं रब मिलना चाहिदा है। ते उदासी रहन दे नाल, जंगलों में घूमन दे नाल जेकर रब मिलदा होवे ते गुरु पातशाह जी कहंदे हिरन ते हमेशा ही जिहड़े हन वो जंगलों में तुरे फिरदे रहिंदे हन, तां फिर तां जिहड़ा है वो रब जिहड़ा है वो हिरन नूं मिलना चाहिदा है, क्योंकि हिरन ते जिहड़े हन वो जंगलों में तुरदे फिरदे रहिंदे हन। जेकर चुप रहन दे नाल रब मिलदा होवे ते तरबर सदैव मौन सादे ही मरत हाँ, कि जिहड़े दरख्त ने, पेड़ ने, वो तो हमेशा जिहड़े हन चुप ही रहिंदे हन, सारी जिंदगी वो चुप ही कटदे हन। ते जे चुप रहन दे नाल, मौन धारण करन दे नाल जे रब मिलदा होवे तां जिहड़ा वो दरख्तां नूं मिलना चाहिदा है। अगला शब्द जिहड़ा है वो इस पंक्ति दे नाल रिलेटेड है कि जे तुसीं कहंदे हो काम दे मारन दे नाल, काम दे साधन दे नाल जे रब मिलदा होवे ते जिहड़ा है वो फिर जिहड़ा खुसरियां नूं मिलना चाहिदा है, क्योंकि खुसरे जिहड़े हन वो काम वासना नूं जिहड़े हन वो नहीं अपना सकदे, भाव कि काम वासना तो वो दूर रहिंदे हन, क्योंकि रब जिहड़ा है बिंदे साधन दे नाल भी जिहड़ा है वो नहीं मिलता। क्योंकि गुरबाणी विच भी गुरु पातशाह जी ने फरमाया है, बिंद राख ज्यों तरीए भाई, खुसरे क्यों ना परमगत पाई, कि जे बिंद दे साधन दे नाल, बिंद नूं रोकण दे नाल, काम नूं रोकण दे नाल जेकर रब मिलदा होवे ते जिहड़ा है वो खुसरे नूं मिलना चाहिए। काम केवल शांत करन नाल रब मिलदा हुंदा, फिर
परम गति ते जिहड़ा वो खुसरा जिहड़ा वो पा सकदा सी। ते क्योंकि बिंद के सदैया ताहे हीज की बड़ैया देत, कि फिर तो जिहड़ा है वो खुसरे नूं जिहड़ा है वो प्राप्त होना चाहिए। 15 सदी पाए नांग ही फिरत है। तो एक वो लोग सन जिहड़े हमेशा नंगे पैर रहण दे नाल ये समझते सन कि नंगे पैर रहण नाल रब जिहड़ा है वो मिल सकता है। तो गुरु पातशाह ने कहा कि बंदर ते हमेशा ही जिहड़े हैं नंगे पैर ही जिहड़े हन वो घूमते हैं, वो कदे भी जिहड़े हन पैरां दे विच मनुखां वांग सूझ वगैरह नहीं पा सकते, वो तो हमेशा ही नंगे रहंदे हन। सो 15 सदी पाए नांग ही फिरत हन, कि बंदर जिहड़े हन वो नंगे पैर रहंदे हन, ते नंगे पैर रहण दे नाल रब जिहड़ा है वो नहीं मिल सकता। जे तुसीं समझदे हो कि अंगना अधीन काम क्रोध में प्रवीण, के काम क्रोध दे विच प्रवीण होण दे नाल रब मिलदा होवे, तो इस तरह भी जिहड़ा है वो रब नहीं मिल सकता। तो कुल मिला के गुरु पातशाह जी ने ये दस्या कि काम नूं जां क्रोध नूं मारिया नहीं जा सकता, इसनूं शरीर विचों खत्म नहीं करना, क्योंकि एक ज्ञान छीन कैसे के तरत हैं, एक ज्ञान के विहीन छीन कैसे के तरत हैं, कि एक ज्ञान तो बगैर जिहड़ा है वो इंसान जिहड़ा है वो अपने आप नूं कमज़ोर कर लैंदा है, ते इन्हां दे विच जिहड़ा है वो खचित रहिंदा है। ते जिन्ने भी अडंबर इस धरती दे उत्ते चल रहे सन, सतगुरां ने 10 जामियां विच मानवता नूं उपदेश दिता, कि समाज नूं उपदेश दिता। ठीक है कि हर व्याख्याकारी दे 2 पहलू हुंदे हन। जिवें कि तुसीं किसी शराबी बंदे नूं डिग्गिया देखते हो तो कहते हो शराब जिहड़ी है वो माड़ी चीज़ है, पर शराब का आधार जिहड़ा है वो गुड़ है, तो गुड़ का आधार गन्ना है। तो जे तुसीं गन्ना चूबदे हो, किसी ने कहा कि गन्ना माड़ा है, तो गन्ने तो गुड़ ते शक्कर भी बनती है, तो किसी ने कहा कि गुड़ माड़ा है जां शक्कर माड़ी है, क्योंकि उसे तो गन्ने का आधार शराब है। तो शराबी बंदे नूं जदों असीं देखते हैं तो सारे उसनूं माड़ा आखदे हैं, पर जे कोई गन्ना चूबदा होवे जां गुड़ की वरतों करता होवे, शक्कर की वरतों करता होवे, तो असीं उसनूं माड़ा नहीं कहते, क्योंकि आधार दोवां दा जिहड़ा है वो गन्ना ही है। असल दे विच गन्ना माड़ा नहीं, माड़ा जिहड़ा है उहदे विच जो तत्त है वो भी माड़ा नहीं, असल दे विच माड़ी जिहड़ी है उहदी दुरवरतों है। गन्ने की जदों सदवरतों की गई, उहदे विचों रस कढ़ के गुड़ बनाया गया, शक्कर बनाई गई, और ये सारियां चीज़ां जिहड़ियां कई चीज़ां दे बनाउण दे विच सहाई हुंदियां, और कई चीज़ां इन्हां दे नाल बनदियां हन, पर आधार गन्ना ही है। लेकिन उसनूं असीं माड़ा नहीं कहते। माड़ा उदों कहा जाता है जदों इसकी दुरवरतों जिहड़ी है वो कीती जाती है। गुड़ भी बुरा नहीं, शक्कर भी बुरी नहीं, तो ये सारी चीज़ां चंगियां हन, पर माड़ी कदों हुंदियां हन जदों इन्हां दी दुरवरतों जिहड़ी है वो कीती जाती है। दुनिया जे ज्ञान अते अज्ञान ते खड़ी है, सदवरतों अते दुरवरतों ते खड़ी है। किसी चीज़ नूं इसलिए बदनाम कर लिया जाता है कि उस दियां दुरवरतों देख करके उस दियां जिहड़ियां हन सदवरतों करके असीं उसनूं चंगा कर कह दिंदे हां। किसी चीज़ की जो सदवरतों हुंदी है उसनूं उस चीज़ नूं असीं चंगा कह दिंदे हां, तो जदों उसकी दुरवरतों हुंदी है उसनूं माड़ा जिहड़ा वो कहा जाता है। इसलिए सतगुरु कहते हैं कि सांझ कीजै गुणा केरे छड़ अवगुण चलीए। किसे नाल सांझ पाउणी, बहुते अवगुणां नूं ना चितारीए,
ਅਤੇ ਉਹਦੇ ਜਿਹੜੇ ਗੁਣਾਂ ਨੂੰ ਜਿਹੜਾ ਹੈ ਉਹ ਅਪਣਾਈਏ। ਇੱਕ ਰੂਪ ਉਹ ਜਿਹੜਾ ਸਾਡੀ ਭਾਰਤੀ ਪਰੰਪਰਾ ਵਿੱਚ ਹੈ, ਕਿਉਂਕਿ ਪੰਜਾਂ ਵਿਕਾਰਾਂ ਵਿੱਚੋਂ ਚੌਹਾਂ ਵਿਕਾਰਾਂ ਨੂੰ ਜਿਹੜਾ ਹੈ ਬਹੁਤ ਜਿਹੜਾ ਹੈ ਉਹ ਵਰਤਿਆ ਗਿਆ। ਉਹਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਪੁਸਤਕਾਂ ਜਾਂ ਗ੍ਰੰਥ ਲਿਖੇ ਗਏ, ਪਰ ਕਾਮ ਵਾਸਨਾ ਨੂੰ ਜਿਹੜਾ ਬਹੁਤਾ ਜਿਹੜਾ ਹੈ ਕਿਤਾਬਾਂ ਦੇ ਵਿੱਚ ਜਾਂ ਗ੍ਰੰਥਾਂ ਵਿੱਚ ਜਿਹੜਾ ਹੈ ਉਹ ਨਹੀਂ ਲਿਖਿਆ ਗਿਆ, ਕਿਉਂਕਿ ਕਾਮ ਨੂੰ ਜਾਂ ਤੇ ਜਿਹੜਾ ਹੈ ਉਹ ਅਸ਼ਲੀਲ ਸਮਝਿਆ ਗਿਆ, ਜਾਂ ਮਾੜਾ ਸਮਝਿਆ ਗਿਆ, ਜਾਂ ਧਰਮ ਤੋਂ ਬਾਹਰੀ ਚੀਜ਼ ਸਮਝਿਆ ਗਿਆ। ਜਦੋਂ ਕੋਈ ਇਨਸਾਨ ਕਾਮ ਦੀ ਗੱਲ ਕਰਦਾ ਹੈ, ਸੈਕਸ ਦੀ ਗੱਲ ਕਰਦਾ ਹੈ, ਤੇ ਉਸ ਨੂੰ ਅਸ਼ਲੀਲ ਸਮਝਿਆ ਜਾਂਦਾ ਹੈ ਜਾਂ ਧਰਮ ਤੋਂ ਦੂਰ ਦੀ ਗੱਲ ਆਖਿਆ ਜਾਂਦਾ ਹੈ। ਇਸ ਲਈ ਜਦੋਂ ਕੋਈ ਇਨਸਾਨ ਕਾਮ ਵਾਸਨਾ ਦੀ ਗੱਲ ਕਰਦਾ ਹੈ ਤੇ ਗੱਲ ਕਰਨ ਤੋਂ ਪਹਿਲਾਂ ਉੱਥੇ ਰੁਕਦਾ ਵੀ ਹੈ। ਉਸ ਇਹ ਸੋਚਦਾ ਹੈ ਕਿ ਮੈਂ ਜਦੋਂ ਇਸ ਦੀ ਗੱਲ ਕਰਨੀ ਹੈ ਉਸ ਦੇ ਬਾਰੇ ਕਿੰਨੇ ਕੁ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖ ਸਕਦਾ, ਜਾਂ ਕਿੰਨੀ ਘੱਟ ਤੋਂ ਘੱਟ ਜਿਹੜੀ ਹੈ ਇਸ ਦੀ ਵਰਤੋਂ ਕਰਕੇ ਲੋਕਾਂ ਨੂੰ ਜਿਹੜਾ ਸਮਝਾ ਸਕਦਾ। ਸੋ ਇਸ ਨੂੰ ਜਿਹੜਾ ਹੈ ਉਹ ਜਦੋਂ ਕਹਿਣ ਲੱਗਾ ਇਨਸਾਨ ਜਿਹੜਾ ਹੈ ਸੰਕੋਚ ਵੀ ਕਰਦਾ ਹੈ। ਤੇ ਜਿਹੜੀ ਸਾਡੀ ਹਿੰਦੁਸਤਾਨ ਦੀ ਸਾਹਿਤਕ ਪ੍ਰਣਾਲੀ ਹੈ ਉਸ ਦੇ ਵਿੱਚ ਦੋਨੋਂ ਇਸ ਰੂਪ ਵਿੱਚ ਆਈਆਂ ਕਿ ਮਨੁੱਖ ਨੂੰ ਲੱਗਿਆ ਕਿ ਸਭ ਤੋਂ ਵਿਨਾਸ਼ਕਾਰੀ ਜਿਹੜਾ ਹੈ ਉਹ ਕਾਮ ਕ੍ਰੋਧ ਹਨ, ਤੇ ਲੋਭ ਮੋਹ ਅਹੰਕਾਰ ਨੂੰ ਜਿਹੜਾ ਇੰਨਾ ਪ੍ਰਬਲ ਜਿਹੜਾ ਹੈ ਉਹ ਨਹੀਂ ਸਮਝਿਆ ਗਿਆ, ਕਿਉਂਕਿ ਇਹ ਕਾਮ ਕ੍ਰੋਧ ਦੇ ਅਧੀਨ ਸਮਝੇ ਗਏ ਅਤੇ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਸਲੋ ਐਕਸ਼ਨ ਜਿਹੜਾ ਉਹ ਸਮਝਿਆ ਗਿਆ। ਤੇ ਜਿਹੜਾ ਕ੍ਰੋਧ ਹੈ ਜਿਸ ਦੇ ਵਿੱਚ ਸੈਕਿੰਡ ਦੇ ਵਿੱਚ ਹੀ ਜਿਹੜਾ ਹੈ ਕ੍ਰੋਧ ਇੰਨਾ ਪ੍ਰਬਲ ਹੋ ਜਾਂਦਾ ਹੈ ਕਿ ਉਹ ਇੰਨਾ ਪ੍ਰਭਾਵਿਤ ਕਰ ਲੈਂਦਾ ਹੈ ਮਨੁੱਖ ਨੂੰ ਕਿ 1 ਸੈਕਿੰਡ ਦੇ ਵਿੱਚ ਹੀ ਜਦੋਂ ਕ੍ਰੋਧ ਆਉਂਦਾ ਹੈ ਇਨਸਾਨ ਨੂੰ, ਉਹ ਇਸ ਤਰੀਕੇ ਦੇ ਨਾਲ ਵਿਨਾਸ਼ਤਾ ਵੱਲ ਤੁਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਬ ਉਹ ਇਨਸਾਨ ਜਿਹੜਾ ਹੈ ਇਹਦੇ ਵਿੱਚ ਫਸ ਗਿਆ, ਔਰ ਇਸ ਦੇ ਫਸ ਕਰਕੇ ਉਸਨੇ ਜਿਹੜਾ ਹੈ ਕਿਹੜਾ ਕੰਮ ਕਰ ਦਿੱਤਾ, ਔਰ ਜਿਸ ਦੇ ਕਰਕੇ ਉਸ ਨੂੰ ਨੁਕਸਾਨ ਜਿਹੜਾ ਹੈ ਉਠਾਉਣਾ ਪੈ ਰਿਹਾ ਹੈ। ਮਨੁੱਖ ਸਰੀਰ ਜਿਹੜਾ ਹੈ, ਮਨੁੱਖ ਦਾ ਜਿਹੜਾ ਸਰੀਰ ਹੈ, ਮਨੁੱਖੀ ਜਿਹੜਾ ਸਰੀਰ ਹੈ, ਇਹ 5 ਤੱਤਾਂ ਦਾ ਬਣਿਆ ਹੋਇਆ। ਇਸ ਵਿੱਚ ਮਨ, ਬੁੱਧੀ, ਚਿੱਤ ਅਤੇ ਅਹੰਕਾਰ ਆਦਿਕ ਜਿਹੜੇ ਹਨ ਉਹ ਰੱਬ ਨੇ ਇੱਥੇ ਨਾਲ ਹੀ ਇਹਦੇ 5 ਵਿਕਾਰ ਵੀ ਜਿਹੜੇ ਹਨ ਉਹ ਇਹਦੇ ਵਿੱਚ ਪਾ ਦਿੱਤੇ ਹਨ। ਇਹਦੀ ਪ੍ਰਧਾਨਤਾ ਜਿਹੜੀ ਹੈ ਉਹ ਕਾਮ, ਕ੍ਰੋਧ ਔਰ ਲੋਭ ਮੋਹ ਅਹੰਕਾਰ ਜਿਹਨੂੰ ਕਹਿੰਦੇ ਹਨ ਉਹ ਇਸ ਨੂੰ ਦੇ ਦਿੱਤੀ। ਹਾਲਾਂਕਿ ਇਨਸਾਨ ਦੇ ਮਨ ਦੇ ਵਿੱਚ ਕ੍ਰੋਧ ਵੀ ਹੈ, ਕਾਮ ਵੀ ਹੈ, ਲੋਭ ਵੀ ਹੈ, ਅਹੰਕਾਰ ਵੀ ਹੈ, ਪਰ ਉਹਦੇ ਨਾਲ ਜਿਹੜੀਆਂ ਬਾਕੀ ਚੀਜ਼ਾਂ ਨੇ ਚਿੱਤ, ਬੁੱਧੀ, ਮਤ, ਇਹਨਾਂ ਨੂੰ ਜਿਹੜਾ ਹੈ ਉਹ ਇਹ ਜਿਹੜੇ ਹਨ ਉਹ ਪ੍ਰਭਾਵਿਤ ਕਰਦੇ ਹਨ। ਤੇ ਇਹ ਜਿਹੜੇ ਜਜ਼ਬੇ ਰੱਬ ਨੇ ਇਨਸਾਨ ਦੇ ਵਿੱਚ ਪਾਏ ਹਨ, ਤੇ ਇਹ ਜਿਹੜੇ ਜਜ਼ਬੇ ਹਨ ਮਨੁੱਖ ਜਦੋਂ ਕਾਬੂ ਨਹੀਂ ਕਰ ਪਾਉਂਦਾ ਇਹਨਾਂ ਦੇ ਉੱਤੇ, ਜਾਂ ਮਨੁੱਖ ਦੇ ਕਾਬੂ ਤੋਂ ਬਾਹਰ ਹੋ ਜਾਂਦੇ ਹਨ, ਤਾਂ ਇਹ ਜਿਹੜੇ ਹਨ ਉਹ ਵਿਕਾਰ ਦਾ ਰੂਪ ਜਿਹੜੇ ਹਨ ਉਹ ਧਾਰਨ ਕਰ ਲੈਂਦੇ ਹਨ। ਮਨੁੱਖੀ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਇਹਨਾਂ ਦੇ ਕਰਕੇ ਜਿਹੜੀਆਂ ਹਨ ਉਹ ਆ ਜਾਂਦੀਆਂ ਹਨ, ਤੇ ਪਵਿੱਤਰ ਤੇ ਸਮਾਜਿਕ ਜੀਵਨ ਲਈ ਇਹਨਾਂ ਦਾ ਜਿਹੜਾ ਹੈ ਕਾਬੂ ਰੱਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਤੇ ਪਸ਼ੂਆਂ ਤੇ ਮਨੁੱਖਾਂ ਵਿਚਕਾਰ ਇਹੀ ਫਰਕ ਹੈ ਕਿ ਪਸ਼ੂ ਆਪਣੀਆਂ ਕਾਮਨਾਵਾਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ, ਮਨੁੱਖ ਜਿਹੜਾ ਹੈ ਇਹਨਾਂ ਵਿਕਾਰਾਂ ਦੇ ਉੱਤੇ ਜਿਹੜਾ ਹੈ ਉਹ ਕਾਬੂ ਪਾ ਸਕਦਾ ਹੈ, ਇਹਨਾਂ ਨੂੰ ਜਿਹੜਾ ਹੈ ਕੰਟਰੋਲ ਵਿੱਚ ਕਰ ਸਕਦਾ ਹੈ, ਤੇ ਇਹਨਾਂ ਵਿਸ਼ੇ ਵਿਕਾਰਾਂ ਨੂੰ ਜਿਹੜਾ ਹੈ ਡਿਸਪਲਿਨ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਹੈ। ਗੁਰਬਾਣੀ ਵਿੱਚ 5 ਤੱਤਾਂ ਤੋਂ ਬਚਣ ਵਾਸਤੇ ਜਿਹੜਾ ਹੈ ਉਹ ਬਾਰ-ਬਾਰ ਇਹ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਨੇ ਤਾਕੀਦ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਹਨ, ਅਵਰ ਪੰਚ ਹਮ ਏਕ ਜਨਾ
क्यों राखें घर बार मना, मारें लूटें नीत नीत, किस आगे करें पुकार जना। ते भगत रविदास जी का भी जिहड़ा है वो शब्द है गुरबाणी दे विच, वो अपनी इस पंक्ति दे विच वो समझाउणा करते हैं। मिरग मीन भृंग पतंग कुंचर, एक दोख विनाश, पंच दोख असाद जामै, ताकि केतक आस। मिरग जिहड़ा वो हिरन नूं कहा कि हिरन दे विच जिहड़ा वो नाद नूं सुनन दा जिहड़ा वो अवगुण है कि जदों कंडे हिड़े दा साज बजदा है वो उस बल नूं भजदा है, जिहदे करके वो अपना जिहड़ा जीवन दुखदाई बना लैंदा है। ते मीन जिहड़ी है मच्छी है, मच्छी नूं जिहड़ा वो लोभ है, लालच है खाण दा। जदों कोई मच्छी फड़न वाला कंडा पांदा है, जाल पांदा है, वो जदों आटे नूं जां जो भी चीज़ मच्छी फड़न वाला पाउंदा है ਉਹਦੇ ਵੱਲ ਨੂੰ लालच बस हो करके भजदी है, तो वो अपना जीवन जिहड़ा वो नष्ट कर लैंदी है। तो भृंग जिहड़ा है, भंवरा जिहड़ा है, उसनूं जिहड़ा वो फुल दी सुगंधी दा जिहड़ा वो अवगुण है ਉਹਦੇ ਵਿੱਚ, वो जदों फुल दे विच जा करके बैठ जाता है तो वो फुल दे विच ही बंद हो जाता है, जिहदे कारण ਉਹਦਾ जीवन जिहड़ा वो खराब हो जाता है, दुखदाई हो जाता है, नष्ट हो जाता है। तो पतंगा पतंगा जिहड़ा उसनूं जिहड़ा लाइट दे नाल बहुत प्रीत है। लाइट दे विच जिहड़ा वो भजदा है, जिवें बरसातां विच अज भी तुसीं देखिया होएगा बहुत से पतंगे निकल आते हैं। तो पुरातन समय के ज़्यादातर दीवियां का जिहड़ा प्रयोग किया जाता सी, अज भावें लाइटां हैं। तो पतंगे जिहड़े सन वो लाइट वल्लों दीवे वल्लों भजदे सन। तो पतंगा जदों दीवे ते जांदा है, दीवे ते जाण दे नाल वो अपना जीवन जिहड़ा वो नष्ट कर लैंदा है। हालांकि उसनूं पता भी है कि मैं जिहड़ा वो लाइट दे विच फना हो जावांगा, तबाह हो जावांगा, पर लाइट दे नाल प्रीत है, तो जिहदे करके वो अपना जीवन जिहड़ा वो खराब कर लैंदा है। कुंचर कहंदे आ हाथी नूं जिहड़ा वो काम वासना का अवगुण है, जिहदे कारण वो जिहड़ा है अपना जीवन जिहड़ा है वो खराब कर लैंदा है। ते काम वासना का जिहड़ा अवगुण है वो हाथी दे विच है। तो इस तरह जिहड़ा गुरु पातशाह जी कहते हैं कि इन्हां दे विच एक एक अवगुण सी, एक एक अवगुण होने के कारण इन्होंने अपना जिहड़ा जीवन जिहड़ा है वो नष्ट कर लिया। कि ये पंच दोख असाध जामै, ताकि के तक आस, के इंसान दे विच ये पंजे ही हैं, तो जिन्हां दे विच पंज होण ओदी की आस की जा सकती है। भाव कि इन्हां पंजां विकारां दे विच जिहड़ा मनुख विचर रहा है, तो वो किस तरह अपने जीवन नूं जिहड़ा संयम विच लै करके आवे अते किवें इन्हां नूं जिहड़ा वो कंट्रोल करे। सो काम है की है, काम वासना है की चीज़ है। काम सब तो तेज अते रसदायक जज्बा है, जो मनुखां अते पशुआं पंछियां ते सब ते जिहड़ा वो असर करता है। भावें पशु होवे, पंछी होवे, इंसान होवे, इन्हां सारियां नूं जिहड़ा वो प्रभावित करता है। तो भारती महापुरखां ने इसनूं जिहड़ा बधेरे निंदिया है। जिहड़े पुरातन महापुरख होए ने उन्हां सारियां ने जिहड़ी है इसकी बहुत निंदा की है। पर अहंकार का जिहड़ा त्याग भी दस्या है, काम का भी जिहड़ा है वो त्याग दस्या है। काम जिहड़ा है वो बिलास, भोग बिलास की बधी हुई इच्छा जिहड़ा है उसनूं जिहड़ा काम कहा गया है। पंचम पातशाह गुरु अर्जन साहब जी फरमान करते हैं, हे कामं नरक विश्रामं बहु जोनी परमावण चित्त हरणं त्रैलोक गमज्ञं
जप तप सील विधारण, अलप सुख अबित चंचल, ऊच नीच समावण, तब पै विमुचित साध संगम, ओट नानक नारायण। के नरक विच वासा दिवाउण वाले हे काम, तू मनुख नूं जूना विच जिहड़ा है वो पाया होया है। ते ये तिन्ने लोक जिहड़े हन वो तेरे तो प्रभावित हन। ते जप तप अते सील संजम नूं जिहड़ा है वो नाश करन वाला है तू, ते थोड़ा सुख देण वाला अते चंचलताई विच मनुख नूं जिहड़ा है वो पाउण वाला है। ते ऊच नीच किसे नूं तू नहीं बख्शदा, किसे ते तू रहम नहीं करदा, भावें उच्चा होवे भावें नीवा होवे, सारियां ते तेरा जिहड़ा वो प्रभाव है। ते तेरे भै तो जिहड़ा है उस साध संगत दे विच ही परमात्मा दा ओट आसरा लै कर के ही जिहड़ा है वो बचिया जा सकदा है। ते कबीर साहब जी कहते हैं, राग बसंत दे विच इस तन मन कि जिहड़ा तन है अते इहदा मन है वो सारे ते ही इसका जिहड़ा है वो प्रभाव जिहड़ा है वो इस विकार का जिहड़ा है वो पैंदा है। ते की काम मारिया जा सकता है? नहीं। जदों तक मनुख शरीर करके कायम है, इस शरीर विचों काम नूं मारिया नहीं जा सकता। भावें कि हिंदुस्तान दे विच बहुते ऋषि मुनियां ने इस नूं मारन की कोशिश की, इसे करके गृहस्थ नूं त्याग करके बहुत सारे जिहड़े जोगी सिद्ध आदिक परिवार नूं छड़ करके जिहड़े हन वो चले गए सन। पर काम नूं जिहड़ा है वो मारिया नहीं जा सकता, इसनूं संजम विच लियाया जा सकता है। तो बरनार्ड जिहड़ा है वो कहंदा है कि आम आदमी गृहस्थ भोग विलास लई एक समाजिक सर्टिफिकेट समझते हैं गृहस्थ नूं। ते गुरु पातशाह जी ने कहा गृहस्थ जिहड़ा है भोग विलास नूं संयम विच करन दा एक माध्यम है। गुरु पातशाह जी ने ब्रह्मचार्य जां संन्यास नूं प्रवान नहीं कीता, बल्कि गृहस्थ नूं प्रवान कीता। गृहस्थ दे नाल जिहड़ा है वो इस नूं संयम विच रखिया जा सकदा है। ते आयुर्वेद दे विच जो प्रसिद्ध नाम है वो है धनंतर दा। धनंतर दा जिहड़ा कथन है वो कहंदा है रोगां नूं नाश करना अते मनुख दी शांति नूं जिहड़ा है भंग करना जिहड़ा है वो काम वासना दा जिहड़ा वो अहम गुण है। ते जेकर इंसान शांति चाहता है, रोगां तो मुक्त होना चाहता है, तो उसनूं संजमी जीवन जिहड़ा है वो रखना चाहिए है। ये धनंतर दा कथन है। सुसरत विच लिखिया है कि मनुख जो कुछ खांदा है वो हजम हो के रस बनता है। इस तो मगरों मांस चर्बी अते हड्डियां अते मिथ बनती है। मिथ तो जिहड़ा है काम शक्ति जिहड़ी है वो बनती है। डॉक्टर फरेग की खोज है, वो कहता है जिन्ना तत्तां नाल दिमाग बनया है ते कामी पुरुष भोग विलास करके अपने दिमाग नूं नष्ट कर लैंदा है। मतलब काम नूं जिहड़ा है इन्ना जिहड़ा है इन्हां ने माड़ा भी समझिया है कि ये जिहड़ा काम वासना जिहड़ी है वो दिमाग शरीरक शक्ति नूं भी जिहड़ा है वो क्षीण करदी है। ते जिहड़ी एनी बीसेंट अपनी जिहड़ी पुस्तक विच लिखदी है कि मनुख दे दिमाग विच एक भूरे रंग दा अते चिट्टे रंग की एक धात हुंदी है जिस नाल ज्ञान की शक्ति बढ़ती है। तो जितने ये वधेरे होवेगी बुद्धि उतनी ही जिहड़ी है वो तेज होवेगी। तो ये जिहड़ी भूरी धात जिहड़ी है
ਉਹ ਭੋਗ ਵਿਲਾਸ ਦੇ ਨਾਲ ਜਿਹੜੀ ਹੈ ਨਸ਼ਟ ਹੋ ਜਾਂਦੀ ਹੈ। ਸੋ ਵੈਦਿਕ ਅਤੇ ਸਾਇੰਸ ਦੀ ਨਵੀਨਤਮ ਖੋਜ ਸਤਿਗੁਰੂ ਜੀ ਦੇ ਇਸ ਬਾਗ ਦੀ ਪੁਸ਼ਟੀ ਜਿਹੜੀ ਹੈ ਉਹ ਕਰਦੀ ਹੈ ਕਿ ਕਾਮ ਤੇ ਕ੍ਰੋਧ ਜਿਹੜੇ ਹਨ ਸਰੀਰ ਨੂੰ ਜਿਹੜੇ ਹਨ ਨਿਰਬਲ ਕਰਦੇ ਹਨ, ਭਾਵ ਕਿ ਕਮਜ਼ੋਰ ਕਰਦੇ ਹਨ। ਤੇ ਕ੍ਰੋਧ ਕੀ ਹੈ? ਕ੍ਰੋਧ ਉਹ ਜਜ਼ਬਾ ਹੈ ਜਿਸ ਨਾਲ ਮਨੁੱਖ ਆਪਣੇ ਜਿਹੜੇ ਖਤਰਨਾਕ ਦੁਸ਼ਮਣਾਂ ਨਾਲ ਟਾਕਰਾ ਜਿਹੜਾ ਹੈ ਉਹ ਕਰ ਸਕਦਾ ਹੈ, ਵਿਰੋਧੀਆਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ ਤੇ ਉਹਨਾਂ ਨੂੰ ਹਰਾ ਸਕਦਾ ਹੈ। ਤੇ ਕ੍ਰੋਧ ਜਿਹੜਾ ਹੈ ਅੱਗ ਵਾਂਗ ਜਿਹੜਾ ਹੈ ਪ੍ਰਚੰਡ ਹੁੰਦਾ ਹੈ, ਤੇਜ਼ ਹੁੰਦਾ ਹੈ। ਤੇ ਗੁਰਬਾਣੀ ਨੇ ਇਹਨੂੰ ਕਿਹਾ, ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ, ਕਿ ਜਿਨ੍ਹਾਂ ਦੇ ਵਿੱਚ ਕ੍ਰੋਧ ਹੋਵੇ ਉਹਨਾਂ ਦੇ ਜਿਹੜਾ ਹੈ ਉਹ ਨੇੜੇ ਨਹੀਂ ਰਹਿਣਾ ਚਾਹੀਦਾ ਹੈ। ਸੋ ਗੁਰਬਾਣੀ ਨੇ ਕਿਹਾ ਕਿ ਅੱਗ ਜਿਹੜੀ ਹੈ ਜੇਕਰ ਸੰਜਮ ਵਿੱਚ ਹੈ ਤੇ ਉਹ ਕਈ ਫਾਇਦੇ ਜਿਹੜੇ ਹਨ ਉਹ ਸਾਨੂੰ ਕਰ ਸਕਦੀ ਹੈ। ਅੱਗ ਜਦੋਂ ਅਸੀਂ ਚੁੱਲ੍ਹੇ ਵਿੱਚ ਬਾਲਦੇ ਹਾਂ ਤੇ ਬਹੁਤ ਸਾਰੀਆਂ ਰਸਦਾਇਕ ਚੀਜ਼ਾਂ ਜਿਹੜੀਆਂ ਅਸੀਂ ਉਹ ਤੋਂ ਪਕਾ ਕਰਕੇ ਖਾ ਲੈਂਦੇ ਹਾਂ ਔਰ ਉਹ ਬਹੁਤ ਸਾਰੇ ਸਾਨੂੰ ਫਾਇਦੇ ਦਿੰਦੀ ਹੈ। ਜਦੋਂ ਅੱਗ ਜਿਹੜੀ ਹੈ ਉਹ ਸੰਜਮ ਤੋਂ ਬਾਹਰ ਹੀ ਹੋਵੇ ਤੇ ਜਿਹੜੀ ਹੈ ਉਹ ਮਨੁੱਖਤਾ ਦਾ ਘਾਣ ਕਰਦੀ ਹੈ, ਨੁਕਸਾਨ ਕਰਦੀ ਹੈ। ਇਸੇ ਤਰ੍ਹਾਂ ਪਾਣੀ ਜਿਹੜਾ ਹੈ ਉਹ ਹੜ੍ਹ ਦੇ ਰੂਪ ਵਿੱਚ ਆਵੇ ਤੇ ਉਹ ਮਨੁੱਖਤਾ ਦਾ ਵਿਨਾਸ਼ ਕਰਦਾ ਹੈ। ਔਰ ਜੇਕਰ ਉਹ ਪਾਣੀ ਸਾਡੇ ਬਾਥਰੂਮਾਂ ਦੀ ਟੋਟੀਆਂ ਦੇ ਵਿੱਚ ਆਵੇ ਤੇ ਅਸੀਂ ਉਸ ਦੀ ਵਰਤੋਂ ਪੀਣ ਲਈ ਜਾਂ ਨਹਾਉਣ ਲਈ ਜਾਂ ਕੱਪੜੇ ਧੋਣ ਲਈ ਕਰ ਸਕਦੇ ਹਾਂ ਤੇ ਉਹ ਸਾਡੇ ਲਈ ਲਾਭਕਾਰੀ ਹੈ। ਤੇ ਜਦੋਂ ਇਹੀ ਚੀਜ਼ ਜਿਹੜੀ ਹੈ ਸੰਜਮ ਤੋਂ ਬਾਹਰ ਜਦੋਂ ਹੋ ਜਾਂਦੀ ਹੈ ਤੇ ਉਹ ਜਿਹੜੀ ਹੈ ਸਾਡੇ ਲਈ ਉਹ ਵਿਨਾਸ਼ਕਾਰੀ ਹੈ। ਸੋ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਦੁਰਵਰਤੋਂ ਜਦੋਂ ਕਰਦੇ ਹਾਂ ਤੇ ਉਹ ਸਾਡੇ ਲਈ ਜਿਹੜੀ ਹੈ ਉਹ ਨੁਕਸਾਨਦਾਇਕ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪੰਕਤੀ ਵਿੱਚ ਇਹ ਸਾਨੂੰ ਦੱਸਿਆ ਹੈ ਕਿ ਕਾਮ ਤੇ ਕ੍ਰੋਧ ਨੂੰ ਜਿਹੜਾ ਹੈ ਕੀ ਕਰਨਾ ਹੈ ਕਿ ਸੰਜਮ ਵਿੱਚ ਕਰਨਾ ਹੈ। ਜਿਵੇਂ ਕਾਮ, ਕ੍ਰੋਧ ਅਤੇ ਇਹ ਜਿਹੜੀ ਚੀਜ਼ਾਂ ਨੇ ਬਾਕੀ ਵਿਕਾਰ ਨੇ, ਇਹਨਾਂ ਨੂੰ ਜਿਹੜਾ ਸੰਜਮ ਵਿੱਚ ਲਿਆ ਕਰਕੇ ਇਹਨਾਂ ਦੀ ਜਿਹੜੀ ਸਦਵਰਤੋਂ ਕਰਕੇ ਜਿਹੜਾ ਹੈ ਉਹ ਆਪਣਾ ਜੀਵਨ ਜਿਹੜਾ ਸਫਲ ਕਰ ਸਕਦੇ ਹਾਂ। ਕਾਮ ਕ੍ਰੋਧ ਦੋਏ ਕਰੋ ਵਿਸੋਲੇ, ਗੋਡੋ ਧਰਤੀ ਭਾਈ, ਕਿ ਕਾਮ ਤੇ ਕ੍ਰੋਧ ਨੂੰ ਵਿਸੋਲੇ ਕਹਿੰਦੇ ਹਨ, ਖੁਰਪੇ ਨੂੰ, ਰੰਮੇ ਨੂੰ। ਤੇ ਸਰੀਰ ਰੂਪੀ ਧਰਤੀ ਦੇ ਉੱਤੇ ਜਿਹੜਾ ਹੈ ਵਿਸੋਲੇ ਦੀ ਰੰਬੇ ਦੀ ਵਰਤੋਂ ਕਰਕੇ ਜਦੋਂ ਅਸੀਂ ਸਰੀਰ ਵਿੱਚੋਂ ਵਿਕਾਰਾਂ ਦੀ ਜਦੋਂ ਗੋਡੀ ਕਰਦੇ ਹਾਂ ਤੇ ਇਹ ਵਿਕਾਰ ਜਿਹੜੇ ਹਨ ਉਹ ਸੰਜਮ ਵਿੱਚ ਆਉਂਦੇ ਹਨ ਤੇ ਸੰਜਮ ਵਿੱਚ ਵਰਤਣ ਦੇ ਨਾਲ ਜਿਹੜਾ ਹੈ ਅਸੀਂ ਆਪਣਾ ਜੀਵਨ ਜਿਹੜਾ ਸਫਲ ਕਰ ਸਕਦੇ ਹਾਂ। ਤੇ ਇਹਨਾਂ ਦੀ ਜਦੋਂ ਦੁਰਵਰਤੋਂ ਕਰਦੇ ਹਾਂ ਤੇ ਜਿਹੜਾ ਹੈ ਉਹ ਦੁਰਵਰਤੋਂ ਦੇ ਨਾਲ ਸਰੀਰ ਦਾ ਜਿਹੜਾ ਉਹ ਨਾਸ ਹੁੰਦਾ ਹੈ। ਸੋ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਵਿਕਾਰਾਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ, ਇਹਨਾਂ ਨੂੰ ਸੰਜਮ ਵਿੱਚ ਲਿਆਉਣ ਦੀ ਗੱਲ ਕੀਤੀ। ਭਾਵੇਂ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਧਰਮ ਸਨ ਉਹ ਇਸ ਨੂੰ ਮਾਰਨ ਦੀ ਗੱਲ ਕਰਦੇ ਸਨ, ਇਸ ਨੂੰ ਖਤਮ ਕਰਨ ਦੀ ਗੱਲ ਕਰਦੇ ਸਨ। ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕ੍ਰੋਧ ਜਿਹੜਾ ਹੈ ਉਹ ਮਾਰਿਆ ਨਹੀਂ ਜਾ ਸਕਦਾ, ਇਸ ਨੂੰ ਸੰਜਮ ਵਿੱਚ ਲਿਆਇਆ ਜਾ ਸਕਦਾ ਹੈ। ਕ੍ਰੋਧ ਜਦੋਂ ਵੀਰ ਰਸ ਵਿੱਚ ਸਾਡੇ ਸਰੀਰ ਵਿੱਚ ਵਿਚਰਦਾ ਤੇ ਸਾਡੇ ਲਈ ਲਾਭਕਾਰੀ ਹੈ, ਤੇ ਜਦੋਂ ਕ੍ਰੋਧ ਸਾਡੇ ਸਰੀਰ 'ਤੇ ਹਾਵੀ ਹੋ ਜਾਂਦਾ ਹੈ ਉਦੋਂ ਜਿਹੜਾ ਹੈ ਉਹ ਵਿਨਾਸ਼ਕਾਰੀ ਹੈ। ਇਸੇ ਤਰ੍ਹਾਂ ਕਾਮ ਜਿਹੜਾ ਹੈ ਉਹ ਜਦੋਂ ਸੰਜਮ ਵਿੱਚ ਹੁੰਦਾ ਹੈ ਤੇ ਰੱਬ ਨੇ ਸੰਸਾਰ ਦੀ ਉਤਪੱਤੀ ਵਾਸਤੇ ਕਾਮ ਜਿਹੜਾ ਜੀਵ ਦੇ ਵਿੱਚ ਪਾਇਆ ਹੈ, ਤੇ ਕਾਮ ਦੀ ਜਦੋਂ ਸਦਵਰਤੋਂ ਕਰਦੇ ਹਾਂ, ਜਦੋਂ ਸੰਜਮ ਵਿੱਚ ਵਰਤੋਂ ਕਰਦੇ ਹਾਂ ਤੇ ਕਾਮ ਜਿਹੜਾ ਇੱਕ ਚੰਗੀ ਚੀਜ਼ ਹੈ। ਔਰ ਜਦੋਂ ਅਸੀਂ ਇਹਦੀ ਦੁਰਵਰਤੋਂ ਕਰਦੇ ਹਾਂ ਤੇ ਜਿਹੜੀ ਇਹ ਮਾੜੀ ਚੀਜ਼ ਹੈ, ਕਿਉਂਕਿ ਜੇ ਰੱਬ ਨੇ ਇਹ ਚੀਜ਼ਾਂ ਪਾਈਆਂ ਹਨ ਤੇ ਇਸ ਨੂੰ ਜਿਹੜਾ ਉਹ ਖਤਮ ਵੀ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਇਹਨਾਂ ਨੂੰ ਜਿਹੜਾ ਮਾਰਨਾ ਨਹੀਂ ਬਲਕਿ ਸੰਜਮ ਵਿੱਚ ਲਿਆਉਣਾ ਹੈ, ਕੰਟਰੋਲ ਵਿੱਚ ਲਿਆਉਣਾ ਹੈ।
ਤਾਂ ਹੀ ਜਿਹੜਾ ਹੈ ਉਹ ਜੀਵਨ ਜਿਹੜਾ ਹੈ ਸਫਲ ਕੀਤਾ ਜਾ ਸਕਦਾ ਹੈ। ਸੋ ਬਾਕੀ ਧਰਮਾਂ ਦੇ ਵਾਂਗ ਇਹਨਾਂ ਨੂੰ ਜਿਹੜਾ ਹੈ ਉਹ ਮਾਰਨਾ ਨਹੀਂ ਸਿਖਾਇਆ ਸਾਨੂੰ ਗੁਰੂ ਪਾਤਸ਼ਾਹ ਜੀ ਨੇ। ਇਹਨਾਂ ਨੂੰ ਕੰਟਰੋਲ ਕਰਨਾ, ਇਹਨਾਂ ਨੂੰ ਸੰਜਮ ਵਿੱਚ ਲਿਆਉਣਾ, ਇਹਨਾਂ ਨੂੰ ਡਿਸਿਪਲਿਨ 'ਚ ਲਿਆਉਣਾ ਜਿਹੜਾ ਹੈ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।